ਸਿੰਘਨਾਦ ਟੀਵੀ ਚੈਨਲ ਵੱਲੋਂ ਜੋ ਯੂਕੇ ਤੋਂ ਹੈ, ਅੱਜ ਜੰਮੂ ਕਸ਼ਮੀਰ ਦੀ ਧਰਤੀ 'ਤੇ ਜੰਮੂ ਦੇ ਇਲਾਕੇ ਦੇ ਵਿੱਚ ਜੋ ਅਸੀਂ ਤੁਹਾਡੇ ਸਾਹਮਣੇ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਵਿਚਾਰ ਸਾਂਝੀ ਕਰਨੇ ਨੇ। ਜੋ ਬੀਜੇਪੀ ਸਰਕਾਰ ਜੋ ਸੈਂਟਰ ਗੌਰਮੈਂਟ ਦੀ ਹੈ, ਉਹਨਾਂ ਨੇ ਪਿੱਛੇ ਯੂਟੀ ਬਣਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਉੱਪਰ ਦੂਜਾ ਹਮਲਾ ਜਿਹੜਾ ਕੀਤਾ, ਉਹਨਾਂ ਦੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਭਾਸ਼ਾ ਹੈ, ਉਹਨੂੰ ਸਟੇਟ ਵਿੱਚ ਕੋਈ ਦਰਜਾ ਨਹੀਂ ਦਿੱਤਾ ਗਿਆ। ਜਿੱਥੇ ਬਾਕੀ ਭਾਸ਼ਾਵਾਂ 5 ਭਾਸ਼ਾਵਾਂ ਨੇ, ਹਿੰਦੀ, ਉਰਦੂ, ਇੰਗਲਿਸ਼, ਕਸ਼ਮੀਰੀ, ਡੋਗਰੀ, ਅਤੇ ਪੰਜਾਬੀ ਭਾਸ਼ਾ ਨੂੰ ਮਾਨਤਾ ਨਾ ਮਿਲਣ ਕਰਕੇ ਸਿੱਖ ਨੌਜਵਾਨਾਂ ਵੱਲੋਂ, ਸੁਪਰੀਮ ਸਿੱਖ ਔਰਗਨਾਈਜੇਸ਼ਨ ਵੱਲੋਂ ਅਤੇ ਨੌਜਵਾਨਾਂ ਵੱਲੋਂ, ਸੰਗਤਾਂ ਵੱਲੋਂ ਆਪਣੇ ਆਪਣੇ ਇਲਾਕਿਆਂ ਵਿੱਚ ਆਰਸਪੁਰਾ ਵਿਖੇ ਜੋ ਸੜਕਾਂ 'ਤੇ ਉਤਰੇ ਨੇ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਸੰਬੰਧ ਵਿੱਚ। ਇੱਥੋਂ ਤੱਕ ਕੈਬਨਿਟ ਮੰਤਰੀ ਜਤਿੰਦਰ ਸਿੰਘ ਦੇ ਘਰ ਦਾ ਅਤੇ ਉਹਦੇ ਆਫਿਸ ਦਾ ਵੀ ਘਿਰਾਓ ਕੀਤਾ ਗਿਆ, ਮੰਗ ਪੱਤਰ ਵੀ ਦਿੱਤੇ ਗਏ। ਇਸ ਦੇ ਬਾਵਜੂਦ ਵੀ ਸਰਕਾਰ ਦੀ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ, ਉਹਨਾਂ ਨੇ ਪੰਜਾਬੀ ਭਾਸ਼ਾ ਲਾਗੂ ਉਹਨੂੰ ਮਾਨਤਾ ਨਹੀਂ ਦਿੱਤੀ ਗਈ। ਉਸ ਸੰਬੰਧ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਜੋ ਪ੍ਰਚਾਰਕ ਹਨ, ਉਹ ਅਕਸਰ ਤੁਸੀਂ ਪਹਿਲਾਂ ਵੀ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ, ਵੀਡੀਓ, ਫੇਸਬੁੱਕ ਦੇ ਰਾਹੀਂ ਸਮਾਗਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਪ੍ਰਚਾਰਕ ਦੇ ਰੂਪ ਵਿੱਚ ਆਪ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ। ਉਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਜੋ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਕਰਨ ਵਾਸਤੇ ਇੱਥੇ ਉਹਨਾਂ ਦੇ ਗ੍ਰਹਿ ਵਿਖੇ ਆਏ ਹਾਂ। ਸੋ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਦਾਸ ਪੁਸ਼ਪਿੰਦਰ ਸਿੰਘ ਵੱਲੋਂ ਰਿਪੋਰਟਰ ਪੁਸ਼ਪਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਿੰਘਨਾਦ ਵੱਲੋਂ ਸਰਦਾਰ ਗੁਰਮੀਤ ਸਿੰਘ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਇਸ ਜੋ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਹੈ। ਸੋ ਸਰਦਾਰ ਗੁਰਮੀਤ ਸਿੰਘ ਜੀ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਗੁਰਮੀਤ ਸਿੰਘ ਜੀ, ਪਿੱਛੇ ਆਪਾਂ ਸਾਰਾ ਦੇਖਿਆ ਹੈ, ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਤੁਸੀਂ ਆਪਣੀ ਜਥੇਬੰਦੀ ਵੱਲੋਂ ਵੀ, ਸੁਪਰੀਮ ਸਿੱਖ ਔਰਗਨਾਈਜੇਸ਼ਨ ਵੱਲੋਂ ਵੀ, ਆਰਸਪੁਰਾ ਵਿਖੇ ਵੀ, ਹੋਰ ਇਲਾਕੇ ਵਿੱਚ ਵੀ ਵੱਖ ਵੱਖ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ ਹੈ, ਅਤੇ ਸਰਕਾਰ ਨੇ ਫਿਰ ਵੀ ਪੰਜਾਬੀ ਨੂੰ ਮਾਨਤਾ ਨਹੀਂ ਦਿੱਤੀ। ਸੋ ਤੁਹਾਡੇ ਕੀ ਵਿਚਾਰ ਨੇ? ਆਪਾਂ ਇਸ ਪੰਜਾਬੀ ਭਾਸ਼ਾ ਦਾ ਪਿਛੋਕੜ ਕੀ ਹੈ? ਸਿੱਖ ਰਾਜ ਦੇ ਵਿੱਚ ਜਦੋਂ ਇੱਥੇ ਦੇਸ਼ ਦੀ ਵੰਡ ਨਹੀਂ ਸੀ ਹੋਈ, ਉਦੋਂ ਇਹਦਾ ਕੀ ਸਥਾਨ ਸੀ? ਸੋ ਫਿਰ ਬਾਅਦ ਵਿੱਚ ਆਪਾਂ ਆਵਾਂਗੇ ਅੱਜ ਦੇ ਸਮੇਂ ਅੰਦਰ, ਅਤੇ ਉਸ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਜੋ ਗੱਲਬਾਤ ਸਵਾਲ ਹੈ ਵੀ ਆਪਾਂ ਕਿਸ ਤਰ੍ਹਾਂ, ਸਾਡਾ ਪਿਛੋਕੜ ਕੀ ਸੀ ਅਤੇ ਹੁਣ ਆਪਾਂ ਅੱਗੇ ਕਿਸ ਤਰ੍ਹਾਂ ਕੰਮ ਕਰਾਂਗੇ ਜੋ ਸਰਕਾਰ ਨੂੰ ਇਹ ਯਾਦ ਦਿਵਾਇਆ ਜਾ ਸਕੇ ਵੀ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਵੇ। ਸਰਦਾਰ ਗੁਰਮੀਤ ਸਿੰਘ ਜੀ। ਵੇਖੋ ਵੀਰ ਪੁਸ਼ਪਿੰਦਰ ਸਿੰਘ ਜੀ, ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਦਾ ਜਿੱਥੇ ਤੱਕ ਸੰਬੰਧ ਹੈ, ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਕੇਂਦਰ ਦੇ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਅਤੇ ਭਾਵੇਂ ਬੀਜੇਪੀ ਦੀ ਸਰਕਾਰ ਹੋਵੇ, ਸਮੇਂ ਦੇ ਨਾਲ ਇਹਨਾਂ ਦੇ ਸਿਰਫ ਚਿਹਰੇ ਬਦਲਦੇ ਹਨ, ਮਗਰ ਅੰਦਰ ਦੀ ਫਿਤਰਤ, ਅੰਦਰ ਦੀ ਸੋਚ ਜਿਹੜੀ ਹੈ ਉਹ ਮਾਈਨੋਰਟੀਜ਼ ਨੂੰ ਲੈ ਕੇ, ਖਾਸ ਕਰਕੇ ਸਿੱਖ ਕੌਮ ਨੂੰ ਲੈ ਕੇ ਇਹਨਾਂ ਦੀ ਸੋਚ ਇੱਕੋ ਜਿਹੀ ਹੁੰਦੀ ਹੈ, ਕੰਮ ਕਰਨ ਦਾ ਤਰੀਕਾਕਾਰ ਇਹਨਾਂ ਦਾ ਇੱਕ ਜੈਸਾ ਹੀ ਹੈ। ਹੁਣ ਪੰਜਾਬੀ ਭਾਸ਼ਾ ਦੀ ਜਿੱਥੇ ਤੱਕ ਗੱਲ ਹੈ, ਸਾਡੇ ਇਸ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ 5 ਭਾਸ਼ਾਵਾਂ ਨੂੰ ਇਹਨਾਂ ਨੇ ਆਫੀਸ਼ੀਅਲੀ ਤੌਰ 'ਤੇ ਮਾਨਤਾ ਦਿੱਤੀ ਹੈ, ਔਰ ਉਹਨਾਂ 5 ਭਾਸ਼ਾਵਾਂ ਦੇ ਵਿੱਚ ਇੰਗਲਿਸ਼, ਹਿੰਦੀ, ਉਰਦੂ, ਕਸ਼ਮੀਰੀ ਅਤੇ ਡੋਗਰੀ, ਮਗਰ 6ਵੀਂ ਪੰਜਾਬੀ ਭਾਸ਼ਾ ਜਿਹੜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਲੈਂਗੁਏਜ ਹੈ, ਇਸ ਨੂੰ ਉਹਨਾਂ ਨੇ ਇਗਨੋਰ ਕਰ ਦਿੱਤਾ, ਔਰ ਜਾਣ ਬੁੱਝ ਕੇ ਕੀਤਾ। ਔਰ ਜਿਹੜਾ ਬਿੱਲ ਹੈ ਉਹ ਉੱਥੇ ਡਾਕਟਰ ਜਤਿੰਦਰ ਸਿੰਘ ਜਿਹੜੇ ਕਿ ਕੇਂਦਰੀ ਮੰਤਰੀ ਨੇ ਔਰ ਜੰਮੂ ਨੂੰ ਬਿਲੋਂਗ ਕਰਦੇ ਨੇ, ਜੰਮੂ ਕਸ਼ਮੀਰ ਸਾਡੀ ਸਟੇਟ ਨੂੰ, ਔਰ ਉਹਨਾਂ ਦੀ ਜਿਹੜੀ ਕੌਂਸਟੀਚੁਐਂਸੀ ਹੈ ਕਠੂਆ,
ਉਹ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੀ ਹੈ ਔਰ ਪੰਜਾਬ ਸਟੇਟ ਜਿਹੜੀ ਹੈ ਉਹ ਆਲਰੇਡੀ ਪੰਜਾਬੀ ਬੋਲਦੀ ਹੈ, ਪੰਜਾਬੀ ਉੱਥੇ ਅਫੀਸ਼ੀਅਲੀ ਹੈ। ਔਰ ਹੈਰਾਨਗੀ ਇਸ ਚੀਜ਼ ਦੀ ਕਿ ਬਿੱਲ ਪੇਸ਼ ਕਰਨ ਵਾਲਾ ਡਾਕਟਰ ਜਤਿੰਦਰ ਸਿੰਘ ਆਪ ਇੱਥੇ ਡਾਕਟਰ ਰਿਹਾ ਜੰਮੂ ਦੇ ਵਿੱਚ, ਔਰ ਡਾਕਟਰੀ ਕਰਦਿਆਂ ਹੋਇਆਂ ਉਹ ਆਪ ਡਾਕਟਰ ਜਤਿੰਦਰ ਸਿੰਘ ਪੰਜਾਬੀ ਬੋਲਦੇ ਸਨ ਜੀ। ਉਹਨਾਂ ਦੇ ਘਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਸੀ। ਜਦੋਂ ਵੀ ਸਾਡੇ ਪ੍ਰਬੰਧਕਾਂ ਨੇ ਉਹਨਾਂ ਨੂੰ ਕਿਧਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਸੇ ਹੋਰ ਆਫੀਸ਼ੀਅਲੀ ਪ੍ਰੋਗਰਾਮਾਂ ਦੇ ਵਿੱਚ, ਉਹਨਾਂ ਨੂੰ ਪੋਲੀਟੀਕਲ ਪ੍ਰੋਗਰਾਮਾਂ ਦੇ ਵਿੱਚ ਬੁਲਾਇਆ ਤਾਂ ਉਹਨਾਂ ਨੇ ਪੰਜਾਬੀ ਵਿੱਚ ਹੀ ਗੱਲ ਕੀਤੀ ਹੈ। ਔਰ ਜਾਣਦਿਆਂ ਹੋਇਆਂ ਉਹਨਾਂ ਨੇ ਇਸ ਪੰਜਾਬੀ ਭਾਸ਼ਾ ਨੂੰ ਜਾਣ ਕੇ ਇਗਨੋਰ ਕੀਤਾ, ਸਿਰਫ ਆਪਣੇ ਵੋਟ ਬੈਂਕ ਦੀ ਖਾਤਰ, ਸਿਆਸਤ ਦੇ ਖਾਤਰ। ਔਰ ਇੱਥੋਂ ਦੀ ਸਿੱਖ ਸੰਗਤ ਜੰਮੂ ਕਸ਼ਮੀਰ ਦੀ, ਅਸੀਂ ਇਸ ਦੀ ਪੁਰਜ਼ੋਰ ਵਿਰੋਧਤਾ ਔਰ ਜਿਤਨੀ ਇਸ ਦੀ ਨਿੰਦਿਆ ਕਰੀਏ ਮੈਂ ਸਮਝਦਾ ਕਿ ਉਤਨੀ ਥੋੜ੍ਹੀ ਹੈ। ਔਰ ਜਦੋਂ ਇਹ ਬਿੱਲ ਪੇਸ਼ ਕੀਤੇ ਗਏ, ਪ੍ਰੋਟੈਸਟ ਹੋਏ, ਆਪਣੇ ਰੋਸ ਪ੍ਰਦਰਸ਼ਨ ਸਿੱਖ ਸੰਗਤਾਂ ਨੇ ਕੀਤੇ। ਭਾਵੇਂ ਸਾਡੇ ਨੌਜਵਾਨ ਸਨ, ਸਿੱਖ ਸੰਗਤਾਂ ਸਨ ਜਿਹੜੇ ਦਰਦ ਰੱਖਦੀਆਂ ਸਨ ਕਿ ਸਾਡੀ ਮਾਂ ਬੋਲੀ ਦੇ ਨਾਲ ਵਿਤਕਰਾ ਹੋ ਰਿਹਾ, ਧੱਕਾ ਹੋ ਰਿਹਾ, ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਕੀਤੇ। ਮੈਂ ਵੀ, ਅਸੀਂ ਵੀ ਆਪਣੀ ਸੁਪਰੀਮ ਸਿੱਖ ਆਰਗੇਨਾਈਜੇਸ਼ਨ ਦੀ ਤਰਫੋਂ ਪ੍ਰੋਟੈਸਟ ਕੀਤੇ। ਇੱਥੋਂ ਤੱਕ ਕਿ ਜਿਹੜਾ BJP ਦਾ ਦਫ਼ਤਰ ਹੈ ਔਰ ਡਾਕਟਰ ਜਤਿੰਦਰ ਸਿੰਘ ਦੀ ਕੋਠੀ ਦਾ ਜਿਹੜਾ ਉਹ ਘਿਰਾਵ ਵੀ ਕੀਤਾ ਗਿਆ, ਉਹਨਾਂ ਦੇ ਬਾਹਰ ਵੀ ਪ੍ਰੋਟੈਸਟ ਕੀਤੇ ਗਏ, ਮੈਮੋਰੰਡਮ ਵੀ ਦਿੱਤੇ ਗਏ। ਪਰੰਤੂ ਪੰਜਾਬੀ ਬੋਲਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਇਸ ਸਰਕਾਰ ਨੇ ਜਿਹੜਾ ਜਿੱਥੇ 5 ਭਾਸ਼ਾਵਾਂ ਨੂੰ ਮਾਨਤਾ ਦਿੱਤੀ, ਉੱਥੇ ਪੰਜਾਬੀ ਨੂੰ ਵੀ ਇਹ ਦੇਸ਼ ਸ਼ਾਮਲ ਕਰ ਸਕਦੇ ਸਨ, ਕੋਈ ਫਰਕ ਨਹੀਂ ਸੀ ਪੈਣਾ। ਲੇਕਿਨ ਫਿਰਕਾ ਪ੍ਰਸਤੀ ਦੀ ਸੋਚ ਅਤੇ ਨਫ਼ਰਤ ਦੀ ਭਾਵਨਾ ਨੂੰ ਲੈ ਕੇ ਇਹਨਾਂ ਨੇ ਪੰਜਾਬੀ ਨੂੰ ਦਰਕਿਨਾਰ ਕੀਤਾ। ਔਰ ਜਦ ਕਿ ਇਹ ਪੰਜਾਬੀ ਭਾਸ਼ਾ ਜਿਹੜੀ ਹੈ, ਇਹ ਤੁਸੀਂ ਦੇਖ ਲਵੋ, ਇਹ 1947 ਤੋਂ ਪਹਿਲਾਂ ਇਹ ਅਫੀਸ਼ੀਅਲੀ ਭਾਸ਼ਾ ਇਸ ਸਟੇਟ ਦੀ ਮੰਨੀ ਜਾਂਦੀ ਸੀ। ਔਰ ਅੱਜ ਵੀ ਇਸ ਦੇ ਇਤਿਹਾਸਕ ਜਿਹੜੇ ਸਰੋਤ ਨੇ, ਜਿਹੜੇ ਪ੍ਰਮਾਣ ਨੇ, ਉਹ ਮਿਲਦੇ ਨੇ ਕਿ ਆਰਸਪੁਰਾ ਦੇ ਵਿੱਚ ਇੱਕ ਰੇਲਵੇ ਪਲੇਟਫਾਰਮ ਹੈ ਜੋ 1947 ਤੋਂ ਸੀ। ਔਰ ਸਾਡੇ, ਤੁਸੀਂ ਹੈਰਾਨ ਹੋਵੋਗੇ ਪੁਸ਼ਪਿੰਦਰ ਜੀ, ਕਿ ਸਾਡੇ ਇੱਥੋਂ ਜੰਮੂ ਤੋਂ ਟ੍ਰੇਨ ਚੱਲਦੀ ਸੀ ਸਿਆਲਕੋਟ ਤੱਕ, ਔਰ ਉਹ ਪਲੇਟਫਾਰਮ ਜਿਹੜਾ ਉਸਦਾ ਸੀ ਉਹ ਆਰਸਪੁਰਾ ਦੇ ਵਿੱਚ ਵੀ ਆਉਂਦਾ ਸੀ। ਔਰ ਅੱਜ ਵੀ ਉਹ ਇਤਿਹਾਸਕ ਇਮਾਰਤ ਜਿਹੜੀ ਹੈ ਉਹ ਮੌਜੂਦ ਹੈ। ਔਰ ਉਸ ਇਤਿਹਾਸਕ ਇਮਾਰਤ ਦੇ ਉੱਪਰ ਜਿਹੜਾ ਨਾਮ ਲਿਖਿਆ ਗਿਆ ਉਹ 3 ਭਾਸ਼ਾਵਾਂ ਦੇ ਵਿੱਚ ਲਿਖਿਆ ਗਿਆ। ਪਹਿਲੇ ਨੰਬਰ, ਸਭ ਤੋਂ ਪਹਿਲੇ ਨੰਬਰ 'ਤੇ ਪੰਜਾਬੀ ਵਿੱਚ ਲਿਖਿਆ ਗਿਆ, ਦੂਸਰੇ ਨੰਬਰ 'ਤੇ ਇੰਗਲਿਸ਼ ਵਿੱਚ ਲਿਖਿਆ ਗਿਆ, ਔਰ ਤੀਸਰੇ ਨੰਬਰ 'ਤੇ ਉਰਦੂ ਦੇ ਵਿੱਚ ਹੈ। ਔਰ ਇਸ ਤੋਂ ਤੁਸੀਂ ਇਹ ਸਮਝ ਸਕਦੇ ਹੋ ਕਿ ਪੰਜਾਬੀ ਭਾਸ਼ਾ ਇੱਥੇ ਪਰਟੀਕੂਲਰ ਸੀ ਔਰ ਅਫੀਸ਼ੀਅਲੀ ਭਾਸ਼ਾ ਸੀ। ਔਰ ਆਜ਼ਾਦੀ ਤੋਂ ਬਾਅਦ 1948 ਤੋਂ ਲੈ ਕੇ 1981 ਤੱਕ ਇਹ ਪੰਜਾਬੀ ਭਾਸ਼ਾ ਜਿਹੜੀ ਹੈ ਸਾਡੇ ਜੰਮੂ ਕਸ਼ਮੀਰ ਸਟੇਟ ਦੇ ਵਿੱਚ ਪਰਟੀਕੂਲਰ ਭਾਸ਼ਾ ਸੀ, ਸਕੂਲਾਂ ਵਿੱਚ ਪੜ੍ਹਾਈ ਜਾਂਦੀ ਸੀ। ਔਰ ਉਸ ਤੋਂ ਯੂਨੀਵਰਸਿਟੀ ਤੱਕ, ਹਾਂ, ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਇਸ ਪੰਜਾਬੀ ਭਾਸ਼ਾ ਦਾ ਸਰਕਾਰਾਂ ਨੇ ਪਤਨ ਕਰਨਾ ਸ਼ੁਰੂ ਕਰ ਦਿੱਤਾ। ਔਰ ਪੰਜਾਬੀ ਭਾਸ਼ਾ ਜਿਹੜੀ ਹੈ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਲਗਭਗ 25 ਲੱਖ ਲੋਕ ਜਿਹੜੇ ਨੇ ਉਹ ਪੰਜਾਬੀ ਭਾਸ਼ਾ ਬੋਲਣ ਵਾਲੇ ਨੇ। ਔਰ ਜਿਹੜੀਆਂ ਭਾਸ਼ਾਵਾਂ ਇਹਨਾਂ ਨੇ ਉਹਨਾਂ ਨੂੰ ਸਰਕਾਰੀ ਤੌਰ 'ਤੇ ਮਾਨਤਾ ਦਿੱਤੀ ਹੈ, ਅਤੇ ਮੈਂ ਸਮਝਦਾ ਜਿਸ ਤਰ੍ਹਾਂ ਡੋਗਰੀ ਹੈ ਜਾਂ ਕਸ਼ਮੀਰੀ ਹੈ, ਕਸ਼ਮੀਰੀ ਸਿਰਫ ਕਸ਼ਮੀਰ ਤੱਕ ਹੀ ਮਹਿਦੂਦ ਹੈ, ਉੱਥੇ ਬੋਲੀ ਜਾਂਦੀ ਹੈ। ਔਰ ਡੋਗਰੀ ਜਿਹੜੀ ਹੈ ਸਾਡੇ ਜੰਮੂ ਦੇ ਵਿੱਚ ਹੀ ਬੋਲੀ ਜਾਂਦੀ ਹੈ, ਇਸ ਤੋਂ ਬਾਅਦ ਨਹੀਂ, ਬਾਹਰ ਨਹੀਂ ਬੋਲੀ ਜਾਂਦੀ। ਡੋਗਰੀ ਭਾਸ਼ਾ ਦੀ ਗੱਲ ਕੀਤੀ ਹੈ, ਅਤੇ ਡੋਗਰੀ ਭਾਸ਼ਾ ਦੀ ਇੱਕ ਪੁੰਛੀ ਬੋਲੀ ਜਿਹੜੀ ਹੈ ਇਹ ਪੰਜਾਬੀ ਦੀ ਕਹਿੰਦੇ ਉਪ ਬੋਲੀਆਂ ਨੇ। ਠੀਕ ਹੈ ਜੀ, ਮਤਲਬ ਪੰਜਾਬੀ 'ਚੋਂ ਨਿਕਲੀਆਂ ਬੋਲੀਆਂ ਨੇ, ਇਹ ਉਪ ਬੋਲੀਆਂ ਨੇ, ਅਤੇ ਡੋਗਰੀ ਵੀ ਪੰਜਾਬੀ ਹੈ। ਠੀਕ ਹੈ ਜੀ, ਤੋ ਜਿਹੜੇ ਡੋਗਰੇ ਲੋਕ ਨੇ, ਜਿਹੜੇ ਡੋਗਰੇ ਲੋਕ ਨੇ ਉਹ ਵੀ ਪੰਜਾਬੀ 'ਚ ਗੱਲ ਕਰਦੇ। ਤਕਰੀਬਨ ਇੱਥੋਂ ਦੇ ਲੋਕ, ਦੁਕਾਨਦਾਰ, ਸਾਰੇ ਜਿੰਨੇ ਵੀ ਨੇ, ਜਦੋਂ ਅਸੀਂ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੰਜਾਬੀ 'ਚ ਕਰਦੇ ਨੇ। ਅਤੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਜਿਹੜੀ 1947 ਤੋਂ ਪਹਿਲਾਂ ਵੀ ਇੱਥੇ ਪੰਜਾਬੀ ਭਾਸ਼ਾ ਜਿਹੜੀ ਓਫੀਸ਼ੀਅਲੀ ਭਾਸ਼ਾ ਸੀ, ਸੋ ਇਹ ਕਦੋਂ ਤੱਕ ਭਾਸ਼ਾ ਜਿਹੜੀ ਪੰਜਾਬੀ ਹੈ ਇੱਥੇ ਦੀ ਓਫੀਸ਼ੀਅਲੀ ਭਾਸ਼ਾ ਰਹੀ, ਇਸ ਬਾਰੇ ਥੋੜ੍ਹਾ ਚਾਨਣਾ ਪਾਓਗੇ? ਦੇਖੋ ਵੀਰ ਜੀ, ਮੈਂ ਉਹੀ ਅਰਜ਼ ਕਰ ਰਿਹਾ ਸਾਂ ਕਿ ਜਿਹੜੀ ਸਾਡੀ ਇਹ ਸਟੇਟ ਹੈ ਜੰਮੂ ਕਸ਼ਮੀਰ, ਇਹ ਸਾਰਿਆਂ ਨੂੰ ਪਤਾ ਹੈ ਕਿ ਕਸ਼ਮੀਰ ਜਿਹੜਾ ਉਹ ਅਫਗਾਨਿਸਤਾਨ ਦਾ ਹਿੱਸਾ ਸੀ, ਉਹ ਕਦੀ ਭਾਰਤ ਦਾ ਹਿੱਸਾ ਹੈ ਹੀ ਨਹੀਂ ਸੀ ਇਹ ਸਾਡੀ ਸਟੇਟ। ਇਹ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ 1819 ਦੇ ਵਿੱਚ ਕਸ਼ਮੀਰ 'ਤੇ ਹਮਲਾ ਕੀਤਾ, ਉੱਥੇ ਦਾ ਹਾਕਮ ਸੀ ਜਬਾਰ ਖਾਨ। ਜਬਾਰ ਖਾਨ ਨੂੰ ਸ਼ਿਕਸਤ ਦੇ ਕੇ ਜਦੋਂ ਕਸ਼ਮੀਰ ਨੂੰ ਖਾਲਸਾ ਰਾਜ ਦੇ ਨਾਲ ਮਿਲਾਇਆ ਗਿਆ, ਜੰਮੂ ਨੂੰ ਮਿਲਾਇਆ ਗਿਆ,
ਔਰ ਇੱਥੇ ਜਿਹੜੇ ਗਵਰਨਰ ਸਨ ਉਸ ਟਾਈਮ ਪਹਿਲੇ ਮੋਤੀ ਰਾਮ ਨੂੰ ਲਗਾਇਆ ਗਿਆ, ਉਹਨਾਂ ਤੋਂ ਬਾਅਦ ਹਰੀ ਸਿੰਘ ਨਲਵਾ ਇੱਥੇ ਦੇ ਗਵਰਨਰ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਕਿ ਅੱਜ ਵੀ ਕਸ਼ਮੀਰ ਦੇ ਵਿੱਚ ਜਿਹੜਾ ਹਰੀ ਪਰਬਤ ਹੈ, ਜਿਹੜਾ ਸਭ ਤੋਂ ਉੱਚਾ ਹੈ, ਉਸ ਦੇ ਉੱਪਰ ਕਿਲ੍ਹਾ ਬਣਿਆ ਹੋਇਆ, ਜਿਹੜਾ ਸਿੱਖ ਰਾਜ ਦੀ ਨਿਸ਼ਾਨੀ ਦੇ ਤੌਰ 'ਤੇ ਅੱਜ ਵੀ ਵਿਕਸਿਤ ਹੈ। ਔਰ ਉੱਥੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਹੈ ਔਰ ਉੱਥੇ ਇੱਕ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਤੋਂ ਸਪਸ਼ਟ ਹੈ ਕਿ ਉਸ ਸਮੇਂ ਖਾਲਸਾ ਰਾਜ ਦੀਆਂ ਹੱਦਾਂ ਕਿੱਥੇ ਤੱਕ ਸਨ ਇਸ ਸਾਡੀ ਸਟੇਟ ਦੇ ਵਿੱਚ। ਔਰ ਉਸ ਟਾਈਮ ਜਿਹੜਾ ਸਟੇਟ ਦਾ ਰੈਵਨਿਊ ਸੀ ਉਹ ਸਿੱਧਾ ਲਾਹੌਰ ਦਰਬਾਰ ਨੂੰ ਭੇਜਿਆ ਜਾਂਦਾ ਸੀ। ਔਰ ਇਹ ਪ੍ਰਮਾਣਿਕ ਹਵਾਲੇ ਇਸ ਕਰਕੇ ਦੇ ਰਹੇ ਹਾਂ ਕਿ ਉਸ ਟਾਈਮ ਸਾਡੀ ਸਟੇਟ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਗੱਲ ਇੱਥੋਂ ਸ਼ੁਰੂ ਹੋਈ, ਉਹ ਆਫੀਸ਼ੀਅਲੀ ਭਾਸ਼ਾ ਦੇ ਤੌਰ ਦੇ ਉੱਪਰ ਇਸ ਨੂੰ ਮਾਨਤਾ ਪ੍ਰਾਪਤ ਸੀ। ਔਰ 1947 ਤੋਂ ਪਹਿਲੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਅੱਜ ਵੀ ਉਹ ਰੇਲਵੇ ਪਲੇਟਫਾਰਮ ਆਰਸਪੁਰਾ ਦੇ ਵਿੱਚ ਤੁਸੀਂ ਜਾ ਕੇ ਉੱਥੇ ਦੇਖ ਲਓ, ਉਹ ਮੌਜੂਦ ਹੈ, ਜਿੱਥੇ ਕਿ 3 ਭਾਸ਼ਾਵਾਂ ਦੇ ਵਿੱਚ ਉਸ ਦਾ ਨਾਮ ਲਿਖਿਆ ਗਿਆ। ਔਰ ਸਭ ਤੋਂ ਪਹਿਲੀ ਭਾਸ਼ਾ ਦੇ ਵਿੱਚ ਪੰਜਾਬੀ ਵਿੱਚ ਹੈ, ਫਿਰ ਇੰਗਲਿਸ਼ ਵਿੱਚ, ਫਿਰ ਉਰਦੂ ਵਿੱਚ ਹੈ। ਔਰ 1948 ਤੋਂ ਲੈ ਕੇ 1981 ਤੱਕ ਇਹ ਪਰਟੀਕੂਲਰ ਸਾਡੀ ਸਟੇਟ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਪਰਟੀਕੂਲਰ ਸੀ 1981 ਤੱਕ। ਔਰ ਉਹ ਅੱਜ ਵੀ ਤੁਸੀਂ ਦੇਖ ਲਓ ਸਾਡੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੰਜਾਬੀ ਡਿਪਾਰਟਮੈਂਟ ਹੈ ਉਹ ਅਲੱਗ ਹੈ, ਜੰਮੂ ਯੂਨੀਵਰਸਿਟੀ ਪੰਜਾਬੀ ਡਿਪਾਰਟਮੈਂਟ ਅਲੱਗ ਹੈ। ਅੱਜ ਵੀ ਜਿਹੜੇ ਸਾਡੇ ਨੌਜਵਾਨ ਪੰਜਾਬੀ ਭਾਸ਼ਾ ਨੂੰ ਆਫੀਸ਼ੀਅਲੀ ਲੈਂਗੁਏਜ ਦਾ ਦਰਜਾ ਨਾ ਦੇਣ ਦਾ ਨੁਕਸਾਨ ਇਹ ਹੋਏਗਾ ਕਿ ਜਿਹੜੇ ਸਾਡੇ ਅੱਜ ਨੌਜਵਾਨ ਪੰਜਾਬੀ ਦੇ ਵਿੱਚ MA ਕਰ ਰਹੇ ਨੇ, PhDਆਂ ਕਰ ਰਹੇ ਨੇ, ਕੱਲ੍ਹ ਉਹਨਾਂ ਵਾਸਤੇ ਵੈਕੈਂਸੀਆਂ ਨਹੀਂ ਨਿਕਲਣਗੀਆਂ, ਉਹ ਕੀ ਕਰਨਗੇ? ਇਹ ਸਰਕਾਰ ਦੀ ਇੱਕ ਨੀਤੀ ਹੈ ਇਸ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ, ਇਸ ਨੂੰ ਨੁਕਸਾਨ ਪਹੁੰਚਾਉਣ ਦੀ, ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਨੂੰ ਅਸੀਂ ਆਪਣਾ ਗੁਰੂ ਸਾਡਾ ਇਸ਼ਟ ਹੈ, ਉਹ ਗੁਰਮੁਖੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਹੈ। ਸਾਡਾ ਸਾਰਾ ਇਤਿਹਾਸ ਪੰਜਾਬੀ ਭਾਸ਼ਾ ਦੇ ਵਿੱਚ ਹੈ। ਔਰ ਸਰਕਾਰਾਂ ਦੀ ਨੀਤੀ ਹੈ ਸਿੱਖ ਨੂੰ ਪੰਜਾਬੀ ਤੋਂ ਦੂਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਤੋੜਨਾ, ਇਤਿਹਾਸ ਦੇ ਨਾਲੋਂ ਸਿੱਖ ਨੂੰ ਜਿਹੜਾ ਹੈ ਉਹ ਤੋੜਨਾ, ਇਸ ਨੂੰ ਖਤਮ ਕਰਨਾ। ਔਰ ਦੂਸਰੀ ਮੈਂ ਇਹ ਚੀਜ਼ ਸਮਝਦਾ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਸਾਡੀ ਇੰਟਰਨੈਸ਼ਨਲ ਲੈਂਗੁਏਜ ਹੈ। ਇਹ ਸਿਰਫ ਸਾਡੀ ਸਟੇਟ ਤੱਕ ਹੀ ਨਹੀਂ ਬਲਕਿ ਪੂਰੇ ਭਾਰਤ ਵਰਸ਼ ਹੀ ਨਹੀਂ, ਫਾਰਨ ਕੰਟਰੀਆਂ ਦੇ ਵਿੱਚ ਵੀ ਬੋਲੀ ਜਾਂਦੀ ਹੈ, ਲਿਖੀ ਜਾਂਦੀ ਹੈ। ਆਪ ਜੀ ਇਤਿਹਾਸਕ ਸਰੋਤਾਂ ਤੋਂ ਇਸ ਚੀਜ਼ ਦਾ ਕਰ ਸਕਦੇ ਹੋ। ਦੇਖ ਲਓ ਵਰਲਡ ਦੇ ਵਿੱਚ 15 ਕਰੋੜ ਤੋਂ ਵੱਧ ਲੋਕੀ ਜਿਹੜੇ ਨੇ ਉਹ ਪੰਜਾਬੀ ਭਾਸ਼ਾ ਨੂੰ ਬੋਲਦੇ ਨੇ। ਔਰ ਵਰਲਡ ਦੀਆਂ ਜਿਹੜੀਆਂ ਭਾਸ਼ਾਵਾਂ 7000 ਭਾਸ਼ਾਵਾਂ ਬੋਲੀਆਂ ਜਾਂਦੀਆਂ, ਉਹਨਾਂ ਵਿੱਚੋਂ ਪੰਜਾਬੀ ਭਾਸ਼ਾ 7ਵੇਂ ਨੰਬਰ 'ਤੇ ਆਉਂਦੀ ਹੈ। ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਵਰਗੇ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਕੈਨੇਡਾ ਵਿੱਚ ਜਿਹੜੇ ਏਅਰਪੋਰਟ ਨੇ ਉੱਥੇ ਥੱਲੇ ਪੰਜਾਬੀ 'ਚ ਹੀ ਸਾਈਨ ਬੋਰਡ ਲਿਖੇ ਹੋਏ ਨੇ। ਅਤੇ ਉਹ ਦੇਸ਼ ਜਿਸ ਦੇਸ਼ 'ਚ ਸਾਡੇ ਗੁਰੂ ਸਾਹਿਬਾਂ ਦੇ ਚਰਨ ਤੱਕ ਵੀ ਨਹੀਂ ਪਏ, ਉਸ ਦੇਸ਼ 'ਚ ਉਹਨਾਂ ਲੋਕਾਂ ਨੇ ਸਿੱਖਾਂ ਦੀਆਂ ਭਾਵਨਾ ਨੂੰ, ਸਿੱਖਾਂ ਦੀ ਬੋਲੀ ਨੂੰ ਮਾਨਤਾ ਦਿੱਤੀ। ਪਰ ਸਾਡੇ ਆਪਣੇ ਦੇਸ਼ ਵਿੱਚ ਜਿਸ ਦੇਸ਼ ਵਿੱਚ ਸਿੱਖਾਂ ਨੇ ਵੱਧ ਕੁਰਬਾਨੀ ਦਿੱਤੀਆਂ, ਉੱਥੇ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਅਤੇ ਭਾਸ਼ਾ ਉੱਪਰ ਸਾਡੀ ਪੰਜਾਬੀ ਬੋਲੀ ਨੂੰ ਅਟੈਕ ਕੀਤਾ ਗਿਆ। ਸੋ ਤੁਸੀਂ ਜਿਹੜੀਆਂ ਵਿਚਾਰਾਂ ਦੇ ਰਹੇ ਹੋ, ਤੁਸੀਂ ਇਹ ਦੱਸਿਆ ਵੀ ਸਾਡਾ ਇਤਿਹਾਸਕ ਸਰੋਤ ਕੀ ਸੀ। ਤੁਸੀਂ ਆਰਸਪੁਰੇ ਦੀ ਗੱਲ ਕੀਤੀ ਵੀ 1981 ਤੱਕ ਪੰਜਾਬੀ ਲਾਗੂ ਰਹੀ। ਤੋ ਮਹਾਰਾਜਾ ਰਣਜੀਤ ਸਿੰਘ ਦਾ ਇੱਥੋਂ ਤੱਕ ਸਾਰਾ ਜੋ ਇੱਥੋਂ ਦਾ ਟੈਕਸ ਵਗੈਰਾ ਸੀ ਉਹ ਲਾਹੌਰ ਦਰਬਾਰ ਤੱਕ ਪੁੱਜਦਾ ਸੀ। ਤੋ ਇਸ ਤੋਂ ਬਾਅਦ ਤੁਸੀਂ ਪਿੱਛੇ ਸਾਰਿਆਂ ਨੇ ਰਲ ਮਿਲ ਕੇ ਤੁਸੀਂ ਪ੍ਰੋਟੈਸਟ ਵੀ ਕੀਤਾ ਅਤੇ ਸਰਕਾਰ ਨੇ ਇਸ ਗੱਲ ਨੂੰ ਉਹਨਾਂ ਦੀ ਕੰਨਾਂ ਦੀ ਜੂੰ ਤੱਕ ਵੀ ਨਹੀਂ ਸਰਕੀ। ਸਰਕਾਰ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ। ਹੁਣ ਅਗਲੇਰੀ, ਕਿਉਂਕਿ ਸਮਾਂ ਆਪਣੇ ਕੋਲ ਜ਼ਿਆਦਾ ਨਹੀਂ ਹੈ, ਹੁਣ ਅਗਲਾ ਪ੍ਰੋਗਰਾਮ ਕੀ ਹੈ ਜੇ ਆਪਾਂ ਸਰਕਾਰ ਤੱਕ ਪੁੱਜ ਕੇ ਦੁਬਾਰਾ ਕਿਸ ਢੰਗ ਦੇ ਨਾਲ, ਤਰੀਕੇ ਦੇ ਨਾਲ, ਉਹ ਕਿਹੜੇ ਸਾਧਨ ਸਾਡੇ ਕੋਲ, ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਿਆਂ ਦੇ ਰਾਹੀਂ ਵੀ ਅਸੀਂ ਉਹਨਾਂ ਨੂੰ ਪੁੱਜ ਕੇ ਦੁਬਾਰਾ ਇਸ ਬਾਰੇ ਸਰਕਾਰਾਂ ਨੂੰ ਕਿਹਾ ਵੀ ਗੌਰ ਕਰੋ ਤਾਂ ਕਿ ਪੰਜਾਬੀ ਲਾਗੂ ਹੋ ਸਕੇ। ਸੋ ਉਹ ਅਗਲਾ ਤੁਹਾਡਾ ਜਿਹੜਾ ਪ੍ਰੋਗਰਾਮ ਕੀ ਹੈ ਜਿਹੜਾ ਤੁਸੀਂ ਪੰਜਾਬੀ ਲਾਗੂ ਕਰਾਉਣ ਵਾਸਤੇ? ਦੇਖੋ ਵੀਰ ਜੀ, ਗੱਲ ਇਹ ਹੈ ਕਿ ਸਭ ਤੋਂ ਵੱਡੀ, ਅਗਰ ਸਾਡਾ ਆਗੂ ਸੁਚੇਤ ਹੈ ਅਤੇ ਸਿੱਖ ਸੰਗਤ ਅਵੇਅਰ ਹੈ, ਤਾਂ ਸਾਨੂੰ ਸਰਕਾਰਾਂ ਤੋਂ ਕੋਈ ਮੰਗਣ ਦੀ ਜਾਂ ਜਾ ਕੇ ਅਪੀਲਾਂ ਕਰਨ ਦੀ ਜ਼ਰੂਰਤ ਹੀ ਨਹੀਂ। ਪੰਜਾਬੀ ਭਾਸ਼ਾ ਜਿਹੜੀ ਸਾਡੀ ਮਾਂ ਬੋਲੀ ਹੈ ਔਰ ਸਿੱਖ ਨੂੰ ਆਪਣੀ ਜਾਨ ਤੋਂ ਵੱਧ ਪਿਆਰੀ ਹੈ। ਦੂਸਰਾ ਨੰਬਰ ਇਹ ਚੀਜ਼ ਹੈ ਕਿ ਇਹ ਇੱਕ ਇੰਟਰਨੈਸ਼ਨਲ ਲੈਂਗੁਏਜ ਹੈ। ਅਗਰ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਇਸ ਨੂੰ ਸਰਕਾਰੀ ਤੌਰ 'ਤੇ ਮਾਨਤਾ ਨਹੀਂ ਦਿੰਦੀ ਅਤੇ ਇਹ ਸੋਚਦੀ ਹੈ ਕਿ ਪੰਜਾਬੀ ਭਾਸ਼ਾ ਦਾ ਭੋਗ ਪੈ ਗਿਆ, ਉਹਦੀ ਗਲਤਫਹਿਮੀ ਹੈ।
ਪੂਰੇ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਮੈਂ ਜ਼ਿਕਰ ਕਰ ਰਿਹਾ ਸਾਂ, ਤੁਸੀਂ ਸਵਾਲ ਪੁੱਛ ਲਿਆ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇਹਨਾਂ ਕੰਟਰੀਆਂ, ਯੂਰਪ ਕੰਟਰੀਆਂ, ਹੋਰ ਕਿੰਨੀਆਂ ਕੰਟਰੀਆਂ ਵਿੱਚ ਜਿਹੜੀ ਦੂਸਰੀ ਅਤੇ ਤੀਸਰਾ ਦਰਜਾ ਪ੍ਰਾਪਤ ਕਰਦੀ ਹੈ, ਚੌਥਾ ਦਰਜਾ ਪ੍ਰਾਪਤ ਕਰਦੀ ਹੈ ਪੰਜਾਬੀ ਭਾਸ਼ਾ ਸਾਡੀ। ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਇਹ ਦੂਸਰੇ ਦਰਜੇ 'ਤੇ ਹੈ, ਕੈਨੇਡਾ, ਅਮਰੀਕਾ ਤੀਸਰੇ ਚੌਥੇ ਦਰਜੇ 'ਤੇ ਉੱਪਰ ਹੈ ਪੰਜਾਬੀ ਭਾਸ਼ਾ। ਉੱਥੇ ਸਾਈਨ ਬੋਰਡ ਜਿਹੜੇ ਨੇ ਉਹ ਪੰਜਾਬੀਆਂ ਦੇ ਵਿੱਚ ਲੱਗੇ ਹੋਏ ਨੇ, ਔਰ 15 ਕਰੋੜ ਲੋਕ ਤੋਂ ਵੱਧ ਲੋਕੀ ਜਿਹੜੇ ਨੇ ਪੰਜਾਬੀ ਬੋਲਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਔਰ 7ਵਾਂ ਦਰਜਾ ਵਰਲਡ ਦੇ ਵਿੱਚ 7000 ਭਾਸ਼ਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਹੈ। ਔਰ ਸਭ ਤੋਂ ਵੱਡੀ ਚੀਜ਼ ਕਿ ਇਹ ਪੰਜਾਬੀ ਜੰਮੂ ਕਸ਼ਮੀਰ ਦੇ ਵਿੱਚ ਸਿਰਫ ਸਿੱਖ ਹੀ ਨਹੀਂ ਬੋਲ ਰਹੇ, ਬਲਕਿ ਇਹਨਾਂ ਨੂੰ ਸਿੱਖਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਾਡੇ ਜੰਮੂ ਕਸ਼ਮੀਰ ਦੇ ਵਿੱਚ ਹਿੰਦੂ ਲੋਕ ਜਿਹੜੇ ਨੇ, ਵੀਰ ਜਿਹੜੇ ਨੇ, ਉਹ ਘਰਾਂ ਵਿੱਚ ਪੰਜਾਬੀ ਬੋਲਦੇ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡੋਗਰੀ ਪੰਜਾਬੀ ਭਾਸ਼ਾ ਦਾ ਹੀ ਇੱਕ ਰੂਪ ਹੈ, ਜਦ ਕਿ ਪੰਜਾਬੀ ਜਿਹੜੀ ਹੈ ਮਾਂ ਹੈ, ਅਤੇ ਇਹ ਬਾਕੀ ਬੋਲੀਆਂ ਇਸ ਦੀਆਂ ਧੀਆਂ ਨੇ, ਇਹ ਧੀਆਂ ਨੇ। ਔਰ ਪੰਜਾਬੀ ਮੁਸਲਮਾਨ ਸਮਾਜ ਦੇ ਲੋਕ ਪੰਜਾਬੀ ਵਿੱਚ ਗੱਲਬਾਤ ਕਰਦੇ ਨੇ। ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਇੱਕ ਦੱਸਾਂ ਕਿ ਵਾਲਮੀਕੀ ਸਮਾਜ ਦੇ ਲੋਕ ਜਿਹੜੀ ਵੱਡੀ ਤਾਦਾਦ ਦੇ ਵਿੱਚ ਇੱਥੇ ਜੰਮੂ ਵਿੱਚ ਰਹਿ ਰਹੇ ਨੇ 1960 ਦੇ, ਉਹ ਪੰਜਾਬ ਤੋਂ ਆ ਕੇ ਇੱਥੇ ਵਸੇ ਹੋਏ ਨੇ, ਔਰ ਉਹ ਆਪਣੇ ਘਰਾਂ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਨੇ। ਔਰ ਇਸ ਨੂੰ ਸਰਕਾਰ ਸਿਰਫ ਸਿੱਖਾਂ ਨਾਲ ਜੋੜ ਕੇ ਵਿਤਕਰਾ ਕਰ ਰਹੀ ਹੈ, ਜਦ ਕਿ ਸਾਡੀ ਸਟੇਟ ਦੇ ਵਿੱਚ ਡਾਕਟਰ ਜਤਿੰਦਰ ਸਿੰਘ ਨੇ ਪਿੱਛੇ ਇੱਕ ਬਿਆਨ ਦਿੱਤਾ ਸੀ ਕਿ ਜੀ ਜਿਹੜੀ ਬਾਕੀ ਭਾਸ਼ਾਵਾਂ ਨੇ, ਜਿਨ੍ਹਾਂ ਵਿੱਚ ਪੰਜਾਬੀ ਵੀ ਉਹਨਾਂ ਨੇ ਕੀਤੀ, ਇਹ 2011 ਦੇ ਸੈਂਸੈਕਸ ਦੇ ਮੁਤਾਬਕ ਇਹ ਕੇਵਲ 1.7% ਜਿਹੜੇ ਨੇ ਉਹ ਲੋਕੀ ਬੋਲਦੇ ਨੇ ਜੀ। ਜਦ ਕਿ ਡਾਕਟਰ ਜਤਿੰਦਰ ਸਿੰਘ ਨੂੰ ਮੈਂ ਉਸ ਟਾਈਮ ਇੱਕ ਵੀਡੀਓ ਜਾਰੀ ਕਰਕੇ ਜਵਾਬ ਦਿੱਤਾ ਸੀ ਕਿ 10 ਸਾਲ ਦੇ ਬਾਅਦ ਇਹ ਸੈਂਸੈਕਸ ਦੁਬਾਰਾ ਕਰਾਇਆ ਜਾਂਦਾ, ਸਰਵੇ ਕਰਾਇਆ ਜਾਂਦਾ ਹੈ। ਅੱਜ ਸਰਕਾਰ ਸਰਵੇ ਕਰਵਾਵੇ ਇਮਾਨਦਾਰੀ ਦੇ ਨਾਲ, ਸਹੀ ਤਰੀਕੇ ਦੇ ਨਾਲ। 25 ਲੱਖ ਤੋਂ ਵੱਧ ਲੋਕੀ ਜਿਹੜੇ ਨੇ ਇਹ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲਦੇ ਨੇ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਔਰ ਉੱਥੋਂ ਤੁਸੀਂ ਦੇਖਿਆ ਉਹਨੂੰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੀ ਡਾਕਟਰ ਫਾਰੂਕ ਅਬਦੁੱਲਾ ਜਿਹੜੇ ਨੇ ਇਹ ਆਪ ਪੰਜਾਬੀ ਵਿੱਚ ਗੱਲ ਕਰਦੇ ਨੇ, ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ। ਔਰ ਡਾਕਟਰ ਫਾਰੂਕ ਅਬਦੁੱਲਾ ਨੇ ਉੱਥੇ ਹਾਂ ਕੀਤੀ ਕਿ ਮੈਂ ਪੰਜਾਬੀ ਵਿੱਚ ਉਸ ਨੂੰ ਸਮਝਦਾ ਵੀ ਹਾਂ ਔਰ ਬੋਲਦਾ ਵੀ ਹਾਂ। ਇਸ ਤੋਂ ਵੱਡਾ ਪ੍ਰਮਾਣ ਸਰਕਾਰ ਨੂੰ ਹੋਰ ਕੀ ਚਾਹੀਦਾ ਸੀ? ਇਹ ਸਰਕਾਰ ਦੀ ਬਦਨੀਤੀ ਹੈ ਕਿ ਉਹ ਸਿੱਖਾਂ ਨੂੰ ਉਹਨਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ। ਉਹ ਸਿਰਫ ਸਿੱਖ ਕੌਮ ਦੇ ਨਹੀਂ ਜੰਮੂ ਕਸ਼ਮੀਰ ਦੇ ਵਿੱਚ, ਬਲਕਿ ਪੰਜਾਬੀ ਬੋਲਦੇ ਸਮੁੱਚੇ ਭਾਈਚਾਰੇ ਦੇ ਨਾਲ ਵਿਤਕਰਾ ਕਰ ਰਹੀ ਹੈ। ਔਰ ਡਾਕਟਰ ਜਤਿੰਦਰ ਸਿੰਘ ਜਿਹੜਾ ਕੈਬਨਿਟ ਮੰਤਰੀ ਉੱਥੇ ਬਿੱਲ ਪੇਸ਼ ਕਰਦੇ ਨੇ, ਉਹ ਆਪ ਆਪਣੇ ਘਰ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਆਣ ਕੇ ਪੰਜਾਬੀ ਬੋਲਦੇ ਨੇ। ਤੁਸੀਂ ਗੱਲ ਕੀਤੀ ਹੈ ਜੀ ਜਿਹੜਾ ਸਾਡਾ ਇਤਿਹਾਸਕ ਪਿਛੋਕੜ ਸੀ, ਸਰੋਤ ਸਨ। ਫਿਰ ਤੁਸੀਂ ਗੱਲ ਕੀਤੀ ਵੀ ਇਹ ਆਪ ਪੰਜਾਬੀ ਬੋਲਦੇ ਨੇ ਜੀ। ਬਾਹਰ ਦੇਸ਼ਾਂ ਵਿੱਚ, ਜਿੱਥੇ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਨੂੰ ਇੰਨਾ ਮਾਣ ਮਿਲਦਾ ਹੈ, ਪੰਜਾਬੀ ਤਾਂ ਕੀ ਸਾਈਨ ਬੋਰਡ ਤਾਂ ਲਿਖਦੇ ਪਏ ਨੇ, ਨਾਲ ਆਪਣੇ ਦੇਸ਼ ਦੇ ਫਲੈਗ ਦੇ ਨਾਲ, ਝੰਡੇ ਦੇ ਨਾਲ ਸਾਡਾ ਸਿੱਖੀ ਜਿਹੜਾ ਝੰਡਾ ਹੈ, ਜਿਹਨੂੰ ਨਿਸ਼ਾਨ ਸਾਹਿਬ ਕਹਿੰਦੇ ਹਾਂ, ਉਹ ਨਾਲ ਝੁਲਦਾ। ਉਹ ਕਿੰਨੀ ਮਾਨਤਾ ਦਿੰਦੇ ਨੇ। ਜਿਹੜੀ ਮੈਂ ਅਗਲੀ ਗੱਲ ਕਰਨਾ ਚਾਹੁੰਦਾ ਵੀ ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਆਉਣੀਆਂ ਨੇ, ਗੁਰਦੁਆਰਾ ਪ੍ਰਬੰਧ ਦੀ ਵੀ ਆਉਣੀਆਂ ਅਤੇ ਦੂਜੀਆਂ ਇਲੈਕਸ਼ਨਾਂ ਵੀ ਆਉਣੀਆਂ। ਸਰਕਾਰ ਨਾਲ ਸਿੱਖਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਉਸ ਵਕਤ ਜੇ ਸਰਕਾਰ ਸਾਡੇ ਕੋਲ ਜਿਹੜੀ ਇਸ ਟਾਈਮ ਮੌਜੂਦ ਹੈ, ਜਿਹੜੀ ਸੈਂਟਰ 'ਚ, ਸਾਡੇ ਨਾਲ ਉਹਨਾਂ ਨੇ ਜਿਹੜਾ ਤੁਸੀਂ ਪਿੱਛੇ ਗੱਲ ਵਿਚਾਰ ਚੱਲ ਰਹੀ ਸੀ ਅਖਬਾਰਾਂ ਦੀ ਸੀ ਵੀ ਸਾਡਾ ਸਿੱਖ ਨੁਮਾਇੰਦਾ ਜਿਹੜਾ ਲਿਆ ਜਾ ਰਿਹਾ ਸੀ, ਉਹ ਵੀ ਇਹਨਾਂ ਨੇ ਯੂਟੀ ਬਣਨ ਤੋਂ ਬਾਅਦ ਨਹੀਂ ਲਿਆ। ਉਸ ਤੋਂ ਬਾਅਦ ਪੰਜਾਬੀ ਭਾਸ਼ਾ 'ਤੇ ਅਟੈਕ ਕਰ ਦਿੱਤਾ ਗਿਆ। ਹੁਣ ਆਉਣ ਵਾਲੇ ਸਮੇਂ 'ਚ ਸਾਡੇ ਸਿੱਖਾਂ ਨੂੰ ਕੀ ਚਾਹੀਦਾ ਇਹ ਸਰਕਾਰ ਦੇ ਬਾਬਤ ਵੀ ਉਹਨਾਂ ਨੂੰ ਜਦੋਂ ਇਲੈਕਸ਼ਨ ਹੋਵੇਗੀ ਅਤੇ ਉਦੋਂ ਸਾਨੂੰ ਕੀ ਆਪਣਾ ਅਖਤਿਆਰ ਸਟੈਂਡ ਲੈਣਾ ਚਾਹੀਦਾ? ਸੋ ਉਸ ਬਾਰੇ ਵੀ ਥੋੜ੍ਹੀ ਜਿਹੀ ਵਿਚਾਰ ਦਿੰਦੀ। ਦੇਖੋ, ਗੱਲ ਇਹ ਹੈ ਕਿ ਸਰਕਾਰ ਨੇ ਧੱਕਾ ਸਿੱਖਾਂ ਦੇ ਨਾਲ ਕਰਨਾ ਹੀ ਕਰਨਾ ਹੈ। ਕਦੇ ਵੀ ਉਹਨਾਂ ਨੇ ਇਮਾਨਦਾਰੀ ਦੇ ਨਾਲ ਜਿਹੜੇ ਸਾਡੇ ਹੱਕ ਨੇ ਸਾਨੂੰ ਨਹੀਂ ਦਿੱਤੇ, ਭਾਵੇਂ ਉਹ ਸਾਡੀ ਸਟੇਟ ਹੋਵੇ ਜਾਂ ਭਾਰਤ ਦੇ ਵੱਖ-ਵੱਖ ਸਟੇਟਾਂ ਹੋਣ ਜਿੱਥੇ ਵੀ ਸਿੱਖ ਵੱਸਦਾ ਹੈ। ਮੈਂ ਗੱਲ ਇਸ ਮੈਂ ਸਾਡੀ ਜੰਮੂ ਕਸ਼ਮੀਰ ਦੀ ਚੱਲ ਰਹੀ ਹੈ। ਇੱਥੇ ਯੂਟੀ ਬਣਨ ਤੋਂ ਬਾਅਦ, ਜਦ ਕਿ ਭਾਜਪਾ ਸਰਕਾਰ, ਇਹਨਾਂ ਦੇ ਨੁਮਾਇੰਦੇ ਪਹਿਲੇ ਸ਼ੋਰ ਪਾਉਂਦੇ ਸਨ ਕਿ ਜੀ ਜੰਮੂ ਕਸ਼ਮੀਰ ਦੇ ਵਿੱਚ ਖਾਸ ਕਰਕੇ ਜੰਮੂ ਦੇ ਨਾਲ ਵਿਤਕਰਾ ਹੋ ਰਿਹਾ, ਲੋਕਾਂ ਨੂੰ ਹੱਕ ਨਹੀਂ ਮਿਲ ਰਹੇ, ਔਰ ਸਾਡੀ ਸਰਕਾਰ ਆਏਗੀ ਅਤੇ ਅਸੀਂ ਜੰਮੂ ਦੇ ਲੋਕਾਂ ਨੂੰ ਹੱਕ ਦੇਵਾਂਗੇ। ਔਰ ਹੈਰਾਨਗੀ ਹੈ ਕਿ ਜੰਮੂ ਯੂਟੀ ਬਣਨ ਤੋਂ ਬਾਅਦ
ਉਹਨਾਂ ਨੇ ਸਿੱਖਾਂ ਨਾਲ ਇਹ ਪਹਿਲਾ ਧੱਕਾ ਨਹੀਂ ਕੀਤਾ ਪੰਜਾਬੀ ਦਾ। ਇਸ ਤੋਂ ਪਹਿਲੇ 1 ਸਾਲ ਦੇ ਅੰਦਰ ਅੰਦਰ PSC ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਦੋਂ ਕਿ ਤਕਰੀਬਨ 70 ਸਾਲ ਦੇ ਦੌਰਾਨ ਹਰ ਵਾਰ ਜਦੋਂ PSC ਦੀ ਬਣਾਇਆ ਜਾਂਦਾ ਸੀ, ਇੱਕ ਮੈਂਬਰ ਨੁਮਾਇੰਦਾ ਲਿਆ ਜਾਂਦਾ ਸੀ, ਸਿੱਖ ਨੁਮਾਇੰਦਾ। ਔਰ ਇਸ ਵਾਰ UT ਬਣਨ ਤੋਂ ਬਾਅਦ ਸਾਡਾ ਸਿੱਖ ਨੁਮਾਇੰਦਾ ਨਹੀਂ ਲਿਆ ਗਿਆ। ਔਰ ਦੂਸਰਾ ਧੱਕਾ 1 ਸਾਲ ਦੇ ਅੰਦਰ ਇਸ ਪੰਜਾਬੀ ਭਾਸ਼ਾ ਨੂੰ ਰੱਦ ਕੀਤਾ ਗਿਆ। ਔਰ ਜਿਹੜਾ ਤੁਹਾਡਾ ਸਵਾਲ ਹੈ ਕਿ ਹੁਣ ਸਾਡੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਮੈਂ ਇੱਕ ਚੀਜ਼ ਸਮਝਦਾ, ਦੇਖੋ ਕਿਸੇ ਅਦੀਬ ਨੇ ਬੜਾ ਸੁੰਦਰ ਲਿਖਿਆ ਹੈ ਕਿ ਘਰ ਕੋ ਆਗ ਲੱਗ ਗਈ ਘਰ ਕੇ ਹੀ ਚਿਰਾਗ ਸੇ। ਅਗਰ ਸਾਡੇ ਇੱਥੇ ਦੀ ਲੀਡਰਸ਼ਿਪ ਸੁਚੇਤ ਹੁੰਦੀ, ਸਾਡੀ ਲੀਡਰਸ਼ਿਪ ਇਮਾਨਦਾਰ ਹੁੰਦੀ, ਤੇ ਸ਼ਾਇਦ ਸਰਕਾਰ ਇਤਨੀ ਜੁਰਤ ਨਾ ਕਰਦੀ। ਕਿਉਂਕਿ PSC ਦੇ ਵਿੱਚ ਜਦੋਂ ਉਹਨਾਂ ਨੇ ਸਾਡਾ ਮੈਂਬਰ ਨਹੀਂ ਲਿਆ, ਉਸ ਟਾਈਮ ਹੀ ਅਗਰ ਸਾਡੀ ਇੱਥੋਂ ਦੀ ਲੋਕਲ ਲੀਡਰਸ਼ਿਪ ਕੋਈ ਪ੍ਰੋਗਰਾਮ ਦੇ ਕੇ ਸਿੱਖ ਕੌਮ ਨੂੰ, ਜੰਮੂ ਕਸ਼ਮੀਰ ਦੇ ਸਿੱਖਾਂ ਨੂੰ, ਤੇ ਉਸ ਸਮੇਂ ਸੜਕਾਂ ਦੇ ਉੱਪਰ ਉਤਰੀ ਹੁੰਦੀ, ਸਰਕਾਰ 'ਤੇ ਦਬਾਅ ਬਣਾਉਂਦੀ, ਤੇ ਸਰਕਾਰ ਦੀ ਜ਼ਰੂਰਤ ਨਹੀਂ ਸੀ ਪੈਣੀ ਕਿ ਪੰਜਾਬੀ ਭਾਸ਼ਾ ਨੂੰ ਇਸ ਤਰੀਕੇ ਨਾਲ ਰੱਦ ਕਰਦੀ। ਪਰੰਤੂ ਇਹਨਾਂ ਨੇ ਆਪਣੇ ਪਰਸਨਲ ਬੈਨੀਫਿਟ ਦੇ ਵਾਸਤੇ, ਆਪਣੇ ਸਵਾਰਥਾਂ ਦੇ ਵਾਸਤੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਬੁਲਾ ਕੇ ਚਾਂਦ ਨਗਰ, ਜਿੱਥੇ 50-50 ਹਜ਼ਾਰ ਦਾ ਇਕੱਠ ਹੁੰਦਾ ਗੁਰਪੁਰਬਾਂ ਦੇ, ਉੱਥੇ ਉਹਨਾਂ ਲੋਕਾਂ ਨੂੰ ਸਰੋਪੇ ਵੀ ਦਿੱਤੇ, ਕਿਰਪਾਨਾਂ ਭੇਟ ਵੀ ਕੀਤੀਆਂ, ਰੈਜ਼ੋਲੂਸ਼ਨ ਵੀ ਪੜ੍ਹੇ ਗਏ, ਪਰੰਤੂ ਫਾਲੋ ਕਿਸੇ ਨੇ ਉਸ ਰੈਜ਼ੋਲੂਸ਼ਨ ਨੂੰ ਮੁੜ ਕੇ ਨਹੀਂ ਕੀਤਾ। ਇਹ ਜ਼ਹਿਮਤ ਹੀ ਨਹੀਂ ਸਮਝੀ ਉਠਾਈ ਉਹਨਾਂ ਨੇ ਕਿ ਦੁਬਾਰਾ ਸਰਕਾਰ ਦੇ ਨਾਲ ਉਹ ਗੱਲ ਕਰਨ, ਸਿਰਫ ਆਪਣੇ ਪਰਸਨਲ ਬੈਨੀਫਿਟ ਜਿਹੜੇ ਨੇ ਉਹਨਾਂ ਨੇ ਲੈਣ, ਜਿਸ ਦਾ ਨਤੀਜਾ ਅੱਜ ਸਾਰੀ ਸਿੱਖ ਕੌਮ, ਜੰਮੂ ਕਸ਼ਮੀਰ ਦਾ ਸਿੱਖ ਜਿਹੜਾ ਉਹ ਭੁਗਤ ਰਿਹਾ। ਅਤੇ ਮੈਂ ਸਮਝਦਾ ਕਿ ਅਗਰ ਸਰਕਾਰ ਨੇ ਸਾਡੇ ਨਾਲ ਇਸ ਤਰੀਕੇ ਦੀ ਜਾਤੀ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ, ਅਤੇ ਪੰਜਾਬੀ ਸਿਰਫ ਸਿੱਖ ਹੀ ਨਹੀਂ ਬੋਲਦੇ, ਬਲਕਿ ਪੰਜਾਬੀ ਬੋਲਦੇ ਸਮੁੱਚੇ ਭਾਈਚਾਰੇ ਦੇ ਨਾਲ, ਜਿਸ ਦੇ ਵਿੱਚ ਭਾਵੇਂ ਹਿੰਦੂ ਸਮਾਜ ਦੇ ਨੇ, ਇਸ ਮੁਸਲਮਾਨ ਸਮਾਜ ਦੇ ਨੇ, ਬਾਲਮੀਕੀ ਸਮਾਜ ਦੇ ਨੇ, ਈਸਾਈ ਸਮਾਜ ਦੇ ਨੇ, ਸਾਰਿਆਂ ਨੂੰ ਮਿਲ ਕੇ ਇਲੈਕਸ਼ਨ ਦੇ ਵਿੱਚ ਇਸ ਭਾਜਪਾ ਸਰਕਾਰ ਦਾ ਟੋਟਲੀ ਮੁਕੰਮਲ ਤੌਰ 'ਤੇ ਬਾਈਕਾਟ ਕਰਨਾ ਚਾਹੀਦਾ। ਔਰ ਖ਼ਾਸ ਕਰਕੇ ਸਾਡੇ ਜਿਹੜੇ ਸਿੱਖ ਨੁਮਾਇੰਦੇ ਨੇ, ਅਗਰ ਇਹਨਾਂ ਵਿੱਚ ਅਣਖ ਤੇ ਗੈਰਤ ਹੈ, ਤੇ ਇਹਨਾਂ ਨੂੰ ਕੌਮ ਦੇ ਨਾਮ ਇੱਕ ਸੰਦੇਸ਼ ਜਾਰੀ ਕਰਨਾ ਚਾਹੀਦਾ। ਜੋ ਇਹ ਨਹੀਂ ਕਰ ਸਕੇ ਅੱਜ ਤੱਕ ਅਵੇਸਲੇ ਰਹੇ, ਭਾਵੇਂ PSC ਦਾ ਮਸਲਾ ਸੀ ਤੇ ਭਾਵੇਂ ਇਹਦੇ ਵਿੱਚ ਪੰਜਾਬੀ ਭਾਸ਼ਾ ਦਾ ਮਸਲਾ ਸੀ, ਇਹ ਸਿੱਖ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਕੋਈ ਯੋਗ ਅਗਵਾਈ ਨਹੀਂ ਦੇ ਸਕੇ। ਔਰ ਮੈਂ ਇਹ ਗੱਲ ਕਹਿਣਾ ਚਾਹਾਂਗਾ ਵੀਰ ਪੁਸ਼ਪਿੰਦਰ ਸਿੰਘ ਜੀ ਅਖੀਰ ਦੇ ਵਿੱਚ, ਕਿ ਸਾਡੀ ਸਿੱਖ ਸੰਗਤਾਂ ਨੂੰ ਵੀ ਇਹ ਚਾਹੀਦਾ ਕਿ ਘਰਾਂ ਦੇ ਵਿੱਚ ਅਸੀਂ ਸਰਕਾਰ ਤੋਂ ਤਾਂ ਪੰਜਾਬੀ ਭਾਸ਼ਾ ਦੀ ਮੰਗ ਕਰ ਰਹੇ ਹਾਂ, ਪਰੰਤੂ ਆਪਣੇ ਘਰਾਂ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਉੱਥੋਂ ਅਮਲ ਸ਼ੁਰੂ ਕਰੀਏ। ਆਪਣੇ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੋ। ਇਹ ਹਮ ਕੋ ਤੁਮ ਕੋ ਬੋਲਣਾ ਛੱਡੋ, ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੋ। ਜੇ ਗੱਲ ਕਰਨੀ ਹੈ ਤਾਂ ਇੰਗਲਿਸ਼ ਦੇ ਵਿੱਚ ਕਰੋ, ਜਿਹੜੀ ਇੰਟਰਨੈਸ਼ਨਲ ਲੈਂਗੁਏਜ ਹੈ, ਅਤੇ ਪੰਜਾਬੀ ਭਾਸ਼ਾ ਨੂੰ ਅਸੀਂ ਆਪ ਸਤਿਕਾਰ ਦਈਏ, ਫਿਰ ਸਰਕਾਰਾਂ ਤੋਂ ਵੀ ਅਸੀਂ ਸਤਿਕਾਰ ਦੀ ਉਮੀਦ ਕਰ ਸਕਦੇ ਹਾਂ। ਦੂਸਰਾ ਨੰਬਰ, ਆਪਣੇ ਜਿਹੜੇ ਸਾਡੇ ਅਦਾਰੇ ਨੇ, ਕੋਈ ਦੁਕਾਨਦਾਰ ਵੀਰ ਹੈ, ਕੋਈ ਬਿਜ਼ਨਸਮੈਨ ਹੈ, ਆਪਣੇ ਜਿਹੜੇ ਉੱਥੇ ਸਾਈਨਿੰਗ ਬੋਰਡ ਲਾਏ ਜਾਂਦੇ ਨੇ, ਉਹਨਾਂ ਦੇ ਉੱਪਰ ਤੁਸੀਂ ਪੰਜਾਬੀ ਭਾਸ਼ਾ ਲਿਖੋ, ਥੱਲੇ ਇੰਗਲਿਸ਼ ਲਿਖਣੀ ਹੈ, ਜੋ ਵੀ ਭਾਸ਼ਾ ਲਿਖਣੀ ਹੈ ਉਹ ਲਿਖੋ। ਆਪਣੇ ਘਰਾਂ ਦੇ ਵਿੱਚ ਨੇਮ ਪਲੇਟਾਂ ਜਿਹੜੀਆਂ ਨੇ ਉਹ ਪੰਜਾਬੀ ਦੇ ਵਿੱਚ ਲਗਾਓ, ਪੰਜਾਬੀ ਬੋਲੋ। ਸੋਸ਼ਲ ਮੀਡੀਆ 'ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਕਰੋ, ਤਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਮਜਬੂਰ ਹੋ ਸਕਣ ਇਸ ਪਾਸੇ ਸੋਚਣ ਦੇ ਲਈ। ਜੀ, ਸਰਦਾਰ ਗੁਰਮੀਤ ਸਿੰਘ ਜੀ ਨੇ ਬਹੁਤ ਵਧੀਆ ਸੁਝਾਅ ਦਿੱਤੇ ਨੇ। ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਜਦੋਂ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਆਏਗੀ, ਅਤੇ ਉਦੋਂ ਸਾਡੇ ਧਾਰਮਿਕ ਅਤੇ ਰਾਜਨੀਤਿਕ ਲੋਕ ਜਿਹੜੇ ਨੇ, ਪ੍ਰਬੰਧਕ ਨੇ, ਉਹਨਾਂ ਨੂੰ ਉਸ ਵਕਤ ਇਸ BJP ਸਰਕਾਰ ਨੂੰ ਜ਼ਰੂਰ ਮਜ਼ਾ ਚਖਾਉਣਾ ਚਾਹੀਦਾ, ਤਾਂ ਕਿ ਸਾਡੀ ਅਣਖ ਗੈਰ ਦੀ ਗੱਲ ਹੈ, ਸਾਡੀ ਭਾਸ਼ਾ ਨੂੰ ਇਹਨਾਂ ਨੇ ਕਤਲ ਕੀਤਾ ਅਤੇ ਸਾਡਾ ਸਿੱਖ ਨੁਮਾਇੰਦਾ ਵੀ ਨਹੀਂ ਚੁਣਿਆ। ਅਤੇ ਜੇ ਇਸ ਦੇ ਬਾਵਜੂਦ ਵੀ ਅਸੀਂ ਸਿੱਖ ਲੋਕ ਨਾ ਜਾਗੇ ਤਾਂ ਫਿਰ ਕਦੋਂ ਜਾਗਾਂਗੇ। ਦੂਜੀ ਗੱਲ ਕੀਤੀ ਵੀ ਪਿੱਛੇ ਮੈਂ ਸੋਸ਼ਲ ਮੀਡੀਆ 'ਤੇ ਵੀ ਪੜ੍ਹ ਰਿਹਾ ਸਾਂ, ਬਹੁਤ ਸਾਰੇ ਵੀਰਾਂ ਨੇ ਕੈਂਪ ਗੋਲਗਜਾਲ ਹੋਰ ਆਸੇ ਪਾਸੇ ਸਿੱਖ ਵੀਰਾਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਅਣਖ ਗੈਰਤ ਨੂੰ ਕਾਇਮ ਰੱਖਿਆ। ਉਹਨਾਂ ਨੇ ਆਪਣੇ ਦੁਕਾਨਾਂ ਦੇ ਬਾਹਰ ਜਿਹੜੇ ਬੋਰਡ ਲਾਏ ਨਾ, ਦੁਕਾਨਾਂ ਦੇ ਉੱਪਰ ਪੰਜਾਬੀ ਦੇ ਥੱਲੇ ਅੰਗਰੇਜ਼ੀ ਲਿਖਿਆ। ਸੋ ਆਪਣੇ ਘਰਾਂ 'ਚ ਜਿਵੇਂ ਇਹਨਾਂ ਨੇ ਇੱਕ ਮੈਸੇਜ ਦਿੱਤਾ ਵੀ ਆਪਣੇ ਬੱਚਿਆਂ ਨਾਲ ਪੰਜਾਬੀ 'ਤੇ ਗੱਲ ਕਰੀਏ, ਹਮਕੋ ਤੁਮਕੋ ਹਿੰਦੀ ਨਾ ਕਰੀਏ। ਅਸੀਂ ਪੰਜਾਬੀ ਲੋਕ ਹਾਂ, ਪੰਜਾਬੀ ਬੋਲਣੀ ਚਾਹੀਦੀ ਹੈ। ਘਰਾਂ ਵਿੱਚ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ, ਬਾਣੀ ਨਾਲ ਜੋੜੀਏ, ਪੰਜਾਬੀ ਸਿਖਾਈਏ, ਪੰਜਾਬੀ ਪੜ੍ਹਾਈਏ। ਮੈਂ ਪੰਜਾਬੀ ਦੀ ਗੱਲ ਕਰ ਲਵਾਂ, ਜੰਮੂ ਕਸ਼ਮੀਰ ਦੇ ਅੰਦਰ ਸਿੱਖ ਮਿਸ਼ਨਰੀ ਕਾਲਜ ਨੇ, ਮਿਸ਼ਨਰੀਆਂ ਨੇ ਬਹੁਤ ਸਾਰਾ ਪ੍ਰਚਾਰ ਕਰਕੇ ਬੱਚਿਆਂ ਨੂੰ ਪਿੰਡਾਂ ਵਿੱਚ ਜਾ ਕੇ ਫਰੀ ਪੰਜਾਬੀ ਪੜ੍ਹਾਈਏ, ਪੰਜਾਬੀ ਭਾਸ਼ਾ ਨੂੰ ਗਿਆਨ ਦਿੱਤਾ, ਪੰਜਾਬੀ ਭਾਸ਼ਾ ਦਾ ਲੋਕਾਂ ਤੱਕ ਗਿਆਨ ਪਹੁੰਚਾਇਆ। ਪ੍ਰਬੰਧਕਾਂ ਨੂੰ ਵੀ, ਗੁਰਦੁਆਰਾ ਕਮੇਟੀਆਂ ਨੂੰ ਵੀ ਚਾਹੀਦਾ ਇਸ ਪਾਸੇ ਧਿਆਨ ਦੇਣਾ ਚਾਹੀਦਾ। ਇਹ ਨਾ ਵੀ ਗੁਰਦੁਆਰਿਆਂ 'ਚ ਕੇਵਲ ਕੀਰਤਨ ਹੁੰਦਾ ਰਹੇ,
ਪਾਠ ਹੁੰਦਾ ਰਹੇ ਤੇ ਸਾਡੇ ਬੱਚੇ ਜਿਹੜੇ ਨੇ, ਜਿਹੜਾ ਸਾਡਾ ਸਰਮਾਇਆ ਨੇ, ਜਿਨ੍ਹਾਂ ਨੇ ਅੱਗੇ ਵੱਧ ਕੇ ਕੱਲ੍ਹ ਨੂੰ ਸਾਡੀ ਅਗਵਾਈ ਕਰਨੀ ਹੈ, ਉਹਨਾਂ ਨੂੰ ਪੰਜਾਬੀ ਨਾ ਆ ਸਕੇ। ਸੋ ਪੰਜਾਬੀ ਨੂੰ ਸਿਖਾਉਣਾ ਇਹ ਮਾਂ ਬਾਪ ਦਾ ਮੁੱਢਲਾ ਫਰਜ਼ ਹੈ। ਮਾਂ ਬਾਪ ਬੱਚੇ ਨੂੰ ਗੁਰਦੁਆਰਿਆਂ 'ਚ ਭੇਜਣ। ਗੁਰਦੁਆਰਿਆਂ ਵਿੱਚ ਵੀ ਇੱਕ, ਮੈਂ ਜਿੱਥੇ ਗੁਰਦੁਆਰੇ ਦਾ ਗ੍ਰੰਥੀ ਸਿੰਘ ਰੱਖਿਆ ਜਾਂਦਾ ਹੈ, ਰਾਗੀ ਸਿੰਘ ਰੱਖਿਆ ਜਾਂਦਾ ਹੈ, ਉੱਥੇ ਗੁਰਦੁਆਰੇ 'ਚ ਇੱਕ ਪੱਕੇ ਤੌਰ 'ਤੇ ਪ੍ਰਚਾਰਕ ਵੀ ਹਰੇਕ ਗੁਰਦੁਆਰੇ 'ਚ ਹੋਣਾ ਚਾਹੀਦਾ, ਤਾਂ ਕਿ ਉਹ ਬੱਚਿਆਂ ਨੂੰ ਗੁਰਮਤਿ ਨਾਲ ਬਾਣੀ ਨਾਲ ਜੋੜ ਸਕੇ, ਸਿਖਾ ਸਕੇ, ਅਤੇ ਨਾਲੇ ਉਹਨਾਂ ਨੂੰ ਪੰਜਾਬੀ ਸਿਖਾ ਸਕੇ। ਸੋ ਜੋ ਅੱਜ ਦਾ ਵਿਸ਼ਾ ਸੀ ਚਰਚਾ ਦਾ, ਉਹ ਸਰਦਾਰ ਗੁਰਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਿੰਘਨਾਦ TV ਦੇ ਉੱਪਰ ਆਪਣੀ ਵਿਚਾਰ ਸਾਂਝੇ ਰੱਖੇ ਨੇ। ਸੋ ਜੋ ਸਿੰਘਨਾਦ TV ਚੈਨਲ ਹੈ, ਰੇਡੀਓ ਚੈਨਲ ਹੈ, ਸਾਡਾ ਇੱਕ ਲਕਸ਼ ਹੈ, ਭੈ ਕਹੂ ਕੋ ਦੇਤ ਨ ਨਹਿ ਭੈ ਮਾਨਤ ਆਨ। ਅਸੀਂ ਉੱਥੇ ਸੱਚ ਦੀ ਗੱਲ ਹੁੰਦੀ ਹੈ, ਇੱਥੇ ਸੱਚ ਤੋਂ ਬਗੈਰ ਅਸੀਂ ਦੂਜੀ ਗੱਲ ਨੂੰ ਐਕਸੈਪਟ ਨਹੀਂ ਕਰਦੇ। ਅਸੀਂ ਆਸ ਕਰਦੇ ਹਾਂ ਜਿੰਨੇ ਵੀ ਅਸੀਂ ਪ੍ਰਚਾਰਕ ਇੱਥੇ ਸਿੰਘਨਾਦ ਦੇ ਲਾਈਵ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਹਮੇਸ਼ਾ ਸੱਚ ਨਾਲ ਜੁੜਨ ਵਾਲੇ ਲੋਕਾਂ ਨੂੰ ਅਸੀਂ ਬੁਲਾਵਾਂਗੇ, ਤਾਂ ਕਿ ਲੋਕਾਂ ਨੂੰ, ਸਿੱਖ ਸੰਗਤਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਸਾਡੇ ਬੱਚੇ ਸਿੱਖੀ ਵਾਲੇ ਪਾਸੇ ਮੂੰਹ ਮੋੜਨ, ਅੱਗੇ ਵਧਣ, ਤਾਂ ਕਿ ਸਾਡਾ ਇਹ ਜੀਵਨ ਜਿਹੜਾ ਸਫਲਾ ਹੋ ਸਕੇ। ਸਾਡੀ ਕੌਮ ਦੀ ਜਿਹੜਾ ਪੁਰਾਣਾ ਸਿਸਟਮ ਸੀ ਮਹਾਰਾਜਾ ਰਣਜੀਤ ਸਿੰਘ ਦਾ, ਖਾਲਸਾ ਰਾਜ, ਕਿਤੇ ਦੁਬਾਰਾ ਫਿਰ ਉਹ ਮਾਹੌਲ ਪੈਦਾ ਹੋਵੇ, ਸਾਡਾ ਆਪਣਾ ਰਾਜ ਹੋਵੇ। ਸਾਡੇ ਰਾਜ ਦੇ ਅੰਦਰ ਮੈਂ ਇੱਕ ਬੇਨਤੀ ਕਰਾਂ ਵੀ ਸਮਾਂ ਵੀ ਨੇੜੇ ਆ ਗਿਆ। ਸਾਡਾ ਆਪਣਾ ਰਾਜ ਸੀ, ਜਦੋਂ ਸਾਡੇ ਰਾਜ ਦੇ ਅੰਦਰ, ਇਸ ਦੇਸ਼ ਦੇ ਅੰਦਰ ਕਦੀ ਵੀ ਇੱਕ ਔਰਤ ਦੀ ਮਤਲਬ ਇੱਜ਼ਤ ਨਹੀਂ ਲੁੱਟੇਗੀ, ਬਲਾਤਕਾਰ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਅੰਦਰ। ਨਾ ਹੀ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਅੰਦਰ ਵੀ ਜਿਹੜੇ ਪੰਜਾਬੀ ਬੋਲਦੇ ਨੇ, ਜਿਹੜੇ ਪੰਜਾਬੀ ਲੋਕ ਨੇ, ਈਮਾਨ ਦੇ ਬੜੇ ਪੱਕੇ ਨੇ, ਅਤੇ ਇਹਨਾਂ ਨੇ ਨਾ ਹੀ ਕਿਸੇ ਧਰਮ ਉੱਪਰ ਅਟੈਕ ਕਰਕੇ ਉਹਨਾਂ ਨੂੰ ਟੈਰਾਂ ਨਾਲ ਸਾੜਿਆ। ਮਹਾਰਾਜਾ ਰਣਜੀਤ ਸਿੰਘ ਰਾਜ ਮੁਸਲਮਾਨ ਵੀ ਨੌਕਰੀ ਕਰਦੇ ਉਹਨਾਂ ਕੋਲ, ਔਰ ਨੇਪਾਲ ਤੋਂ ਗੋਰਖੇ ਵੀ ਕਰਦੇ ਨੇ। ਸੋ ਮੁੱਕਦੀ ਗੱਲ ਹੈ ਵੀ ਸਾਰਿਆਂ ਨੂੰ ਬਰਾਬਰ, ਇੱਥੇ ਹਿੰਦੂ ਲੋਕਾਂ ਨੂੰ ਵੀ ਉਸ ਵਕਤ ਵੀ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸ਼ਾਮਿਲ ਕੀਤਾ, ਧਿਆਨ ਸਿੰਘ ਡੋਗਰੇ ਵੀ ਉਹਨਾਂ ਵਿੱਚ ਸਨ। ਸੋ ਇਹ ਸੀ ਪੰਜਾਬੀਆਂ ਦਾ ਇੱਕ ਸੁਭਾਅ। ਜਿਹੜੇ ਪੰਜਾਬੀ ਬੋਲਦੇ ਲੋਕ ਨੇ ਜਾਂ ਪੰਜਾਬੀ ਨਾਲ ਜੁੜੇ ਜਿਹੜੇ ਪੰਜਾਬੀ ਨੇ, ਇਹ ਹਮੇਸ਼ਾ ਬਰਾਬਰ ਲੈ ਕੇ ਚੱਲਦੇ ਨੇ, ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਸਾਰੇ ਧਰਮਾਂ ਨੂੰ ਬਰਾਬਰ ਦਾ ਮਾਨ ਸਨਮਾਨ ਦਿੰਦੇ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਅਖੀਰ ਸਮੇਂ ਫਤਿਹ ਬੁਲਾਈਏ ਜੀ, ਗੱਜ ਕੇ।